ਫਿਰ ਕਰ ਬੈਸੋ ਅਰਜਨ ਪਿਆਰੇ, ਫਿਰ ਕਰ ਬੈਸੋ ਅਰਜਨ ਪਿਆਰੇ। ਫਿਰ ਕਰ ਬੈਸੋ ਅਰਜਨ ਪਿਆਰੇ, ਫਿਰ ਕਰ ਬੈਸੋ ਅਰਜਨ ਪਿਆਰੇ। ਸਤਿਗੁਰ ਤੁਮਰੇ ਨਾਮ ਸੁਨਾਰੇ, ਫਿਰ ਕਰ ਬੈਸੋ ਅਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ। ਬਾਦਸ਼ਾਹ ਸਾ ਸਭ ਭਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। स्वामी एक तेरी ओट पकड़ी, ओट पकड़ी प्रभु स्वामी एक तेरी ओट पकड़ी। शरण करे प्रभु अंतर्यामी, परम सत्संग गुरु गुरु प्यारे साध संगत जी, आप सब भाई भाई आपो अपने दुनियावी धंधियां नूं पिठ दे के सेवक परिवार दे नाल प्रेम दा रिश्ता प्यार दा रिश्ता निभाउंदे होया दूरों नेड़ों चल करके सारी दुनिया के सांझे रहबर स्वासां दे मालक सब दी प्रतिपालना करने वाले सर्वशक्तिमान जल विच थल विच आकाश विच वसन वाले खंडा ब्रह्मंडा दे मालक चवर छत्र दे मालक हाजरा हजूर जहरा जहूर दीना बंधु कृपालु दयालु धन धन
ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿੱਚ ਬੈਠ ਕੇ ਆਪਣੇ ਸਮੇਂ ਨੂੰ ਔਰ ਆਪਣੇ ਸਵਾਸਾਂ ਨੂੰ ਸਫਲ ਕਰ ਰਹੇ ਹੋ। ਦੁਨੀਆ ਦੇ ਉੱਪਰ ਬੜੇ ਅਵਤਾਰ ਆਏ, ਰਹਿਬਰ ਆਏ, ਗੁਰੂ ਆਏ, ਪੀਰ ਆਏ, ਮਹਾਤਮਾ ਆਏ, ਮੁਨੀਸ਼ਰ ਆਏ, ਜੋਗੀ ਆਏ, ਦਿਗੰਬਰ ਆਏ। ਸਭਨਾਂ ਨੇ ਆਪੋ ਆਪਣੀ ਬੁੱਧੀ ਅਨੁਸਾਰ, ਆਪਣੇ ਖਿਆਲਾਂ ਅਨੁਸਾਰ ਸੰਸਾਰ ਨੂੰ ਕੋਈ ਰਸਤਾ ਦਿਖਾਇਆ, ਕੋਈ ਮਾਰਗ ਦਿਖਾਇਆ। ਸਾਰੇ ਚੰਗੇ ਨੇ, ਪਰ ਜੋ ਰਸਤਾ, ਜੋ ਮਾਰਗ ਗੁਰੂ ਨਾਨਕ ਪਾਤਸ਼ਾਹ ਨੇ ਜੀਵਾਂ ਨੂੰ ਦਿਖਾਇਆ, ਉਹ ਕਿਸੇ ਪੀਰ ਨੇ, ਗੁਰੂ ਨੇ, ਰਹਿਬਰ ਨੇ, ਮਹਾਤਮਾ ਨੇ, ਜੋਗੀ ਨੇ ਦਿਖਾਇਆ ਨਹੀਂ। ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਇਹ ਸਿੱਖਿਆ ਦਿੱਤੀ ਜਾਂਦੀ ਸੀ ਵੀ ਜੇ ਤੁਸੀਂ ਆਪਣਾ ਭਲਾ ਕਰਾਉਣਾ ਤਾਂ ਆਪਣਾ ਘਰ ਛੱਡ ਦਿਓ, ਗ੍ਰਸਥ ਜੀਵਨ ਨਾ ਧਾਰਨ ਕਰੋ, ਕੰਨਾਂ ਵਿੱਚ ਮੁੰਦਰਾਂ ਪਾ ਲਓ, ਜੰਗਲਾਂ ਵਿੱਚ ਰਹੋ, ਪਹਾੜਾਂ ਦੀਆਂ ਚੋਟੀਆਂ ਵਿੱਚ ਰਹੋ, ਗੁਫਾਵਾਂ ਵਿੱਚ ਰਹੋ। ਤੇ ਕਈਆਂ ਨੇ ਤਾਂ ਇਹ ਉਪਦੇਸ਼ ਦਿੱਤਾ ਵੀ ਕੱਪੜੇ ਸਰੀਰ ਦੇ ਉੱਪਰ ਪਾਉਣੇ ਨਹੀਂ ਚਾਹੀਦੇ, ਨਗਨ ਰਹਿਣਾ ਚਾਹੀਦਾ। ਕਈਆਂ ਨੇ ਇਹ ਉਪਦੇਸ਼ ਦਿੱਤਾ ਸਰੀਰ ਨੂੰ ਸੁਆਹ ਮਲੋ, ਭੁੱਖੇ ਰਹੋ, ਪਿਆਸੇ ਰਹੋ, ਵਰਤ ਰੱਖੋ। ਫਿਰ ਲੋਕੀ ਕਰਦੇ ਵੀ ਰਹੇ ਵੀ ਸਾਡਾ ਭਲਾ ਹੋ ਜਾਵੇ। ਕਈਆਂ ਨੇ ਪੁੱਠੇ ਲਟਕਣਾ, ਲੱਤਾਂ ਨੂੰ ਸੰਗਲ ਪਾ ਲੈਣਾ, ਰੱਸਾ ਬੰਨ੍ਹ ਲੈਣਾ, ਖੂਹ ਵਿੱਚ ਲਟਕ ਜਾਣਾ, ਜਾਂ ਫਿਰ ਕਿਸੇ ਦਰਖਤ ਨਾਲ ਜਿਨ੍ਹਾਂ ਨੂੰ ਇੱਛਾ ਹੋ ਜਾਂਦੀ ਸੀ ਵੀ ਸਾਡਾ ਭਲਾ ਹੋ ਜਾਵੇ, ਉਹਨਾਂ ਨੇ ਲਟਕਣਾ ਤੇ ਨਾਲ ਇੱਕ ਦੋ ਬੰਦੇ ਕੋਲੇ ਖੜੇ ਰਹਿੰਦੇ। ਜਦੋਂ ਸਾਰਾ ਖੂਨ ਸਰੀਰ ਦਾ ਗੱਲਾਂ 'ਚ ਆ ਜਾਂਦਾ, ਅੱਖਾਂ 'ਚ ਆ ਜਾਂਦਾ, ਮੱਥੇ 'ਚ ਆ ਜਾਂਦਾ, ਅੱਖਾਂ ਬਾਹਰ ਆਉਣ ਲੱਗਦੀਆਂ, ਫਿਰ ਉਹ ਫੜ ਕੇ ਥੱਲੇ ਲਾ ਲੈਂਦੇ। ਫਿਰ ਤੇਲ ਦੇ ਨਾਲ, ਘਿਓ ਦੇ ਨਾਲ ਉਹਦੇ ਸਰੀਰ ਦੀ ਮਾਲਿਸ਼ ਕਰਦੇ। ਫਿਰ ਹੌਲੀ ਹੌਲੀ ਸਾਰਾ ਖੂਨ ਆਪੋ ਆਪਣੀ ਜਗ੍ਹਾ ਤੇ ਸੈੱਟ ਹੁੰਦਾ। ਕਿੰਨਾ ਕਠਿਨ ਮਾਰਗ ਹੈ। ਫਿਰ ਕਈਆਂ ਨੇ ਜਲ ਧਾਰੇ ਕਰਨੇ, 100 ਘੜਾ, 200 ਘੜਾ ਠੰਡੇ ਪਾਣੀ ਦਾ, ਉਹ ਮਾਘ ਦੇ ਮਹੀਨੇ ਆਪਣੇ ਸਿਰ ਵਿੱਚ ਪਵਾਉਣਾ। ਸਾਰਾ ਜਿਹੜਾ ਸਰੀਰ ਦਾ ਰੰਗ ਹੈ ਨੀਲਾ ਹੋ ਜਾਂਦਾ ਸੀ, ਖੂਨ ਜੰਮ ਜਾਣਾ। ਫਿਰ ਜਿਹੜੀ ਲੱਕੜਾਂ ਦੀ ਸਵਾਹ ਹੁੰਦੀ ਸੀ, ਪਾਥੀਆਂ ਦੀ ਸਵਾਹ, ਜਿਹਨੂੰ ਆਪਾਂ ਧੁੱਦਲ ਕਹਿੰਦੇ ਆ ਪਿੰਡਾਂ ਵਿੱਚ, ਉਹਦੇ ਵਿੱਚ ਥੋੜੀ ਜਿਹੀ ਗਰਮ ਕੋਸੀ ਦੀ ਉਹਦੇ ਵਿੱਚ ਲਟਾ ਦੇਣਾ, ਆਲੇ ਦੁਆਲੇ ਸਵਾਹ ਲੈ ਲੈਣੀ। ਫਿਰ ਹੌਲੀ ਹੌਲੀ ਖੂਨ ਨੇ ਹਰਕਤ ਕਰਨੀ। ਫਿਰ ਕਿੰਨੇ ਦਿਨ ਭੁੱਖੇ ਰਹਿਣਾ, ਨੰਗੇ ਰਹਿਣਾ। ਇਹ ਉਪਦੇਸ਼ ਸੀ, ਲੋਕ ਕਰਦੇ ਵੀ ਸੀ। ਪਰ ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਿਆ, ਉਹਨਾਂ ਨੇ ਉਪਦੇਸ਼ ਦਿੱਤਾ, ਇਹ ਦੁਨੀਆ ਦੇ ਲੋਕੋ, ਤੁਹਾਨੂੰ ਪੁੱਠੇ ਲਟਕਣ ਦੀ ਲੋੜ ਨਹੀਂ, ਜਲ ਧਾਰੇ ਕਰਨ ਦੀ ਲੋੜ ਨਹੀਂ, ਘਰ-ਬਾਰ ਛੱਡਣ ਦੀ ਲੋੜ ਨਹੀਂ, ਪਰਿਵਾਰ ਛੱਡ ਕੇ ਜੰਗਲਾਂ ਨੂੰ ਜਾਣ ਦੀ ਲੋੜ ਨਹੀਂ, ਨਗਨ ਰਹਿਣ ਦੀ ਲੋੜ ਨਹੀਂ, ਕੰਨਾਂ ਵਿੱਚ ਮੁੰਦਰਾਂ ਪਾਉਣ ਦੀ ਲੋੜ ਨਹੀਂ। ਮਹਾਰਾਜ ਫਿਰ ਸਾਡਾ ਭਲਾ ਕਿਵੇਂ ਹੋਵੇ?
गुरु नानक पातशाह जी ने फिर वचन किया भी भला दो गल्लां नाल हुंदा। महाराजो किहड़ियां? सेवा करो और सिमरन। दो सुखाले रास्ते, सेवा और सिमरन। जिहड़ी गुरु घर की सेवा ये बच्चा भी कोई कर सकता है। प्रसादे वरताने ने, लंगर वरताना, पोचा लाना, झाड़ू लाना, भांडे मांजने ने, जोड़े झाड़ने ने, जोड़े टका के किते रखने ने, बच्चा भी कर सकता है, नौजवान भी कर सकता है। ये सेवा कोई बुजुर्ग भी कर सकता है। फिर जिहड़ा वाहिगुरू वाहिगुरू नाम जपना बच्चा भी कर सकता है। बल्कि बच्चे गुरमत दे विच ब्रह्म ज्ञानी भी होए ने। होर की गल करिए, ब्रह्म ज्ञानी। नाम जपो जी ऐसे ऐसे दो भगतां दा जिक्र। ध्रुव प्रहलाद जपिओ हर जैसे। ध्रुव की 5 साल की उम्र सी जदों भगती वाल लग गया सी। ये जिहड़ा नाम कोई भी जप सकता है। फिर सुखाड़ा कितना? तुसीं बैठ के जप सकते हो, पै के जप सकते हो, कुर्सी ते ढूं ला के जप सकते हो, गड्डी चलाउंदे जप सकते हो। गल वही है जिन्हें जपना, जिन्हें जपना ही नहीं वो भावें बिल्कुल वेला बैठा, उंगलियां जो तो मारी जाओ सारी दिहाड़ी, पर मूँह चो वाहिगुरू नहीं निकलेगा। क्यों? अंदर प्रेम नहीं, वो इच्छा ही नहीं। ये फिर गुरु नानक देव महाराज जी ने सौखा मार्ग सेवा और सिमरन दा भुले भटके जीवां नूं इख्तियार कराया। संसार दे उपर आके होका दिता बड़ो सारे प्रेम दे नाल। भुलिया नूं मार्ग पावे गुरु मेरा, भुलिया नूं, भुलिया नूं मार्ग पावे गुरु मेरा, भुलिया मार्ग पावे गुरु मेरा, भुलिया भुलिया मार्ग पावे जी गुरु मेरा, भुलिया भूले मार्ग जने बताया, भूले मार्ग जने बताया, ऐसा गुरमत पाकी पाया, ऐसा गुरमत पाकी पाया। भुलिया नूं मार्ग पावे गुरु मेरा, भुलिया नूं, भुलिया नूं मार्ग पावे गुरु मेरा, भुलिया नूं। और सौखे मार्ग ते पाया 3 वचन कीते। किरत करो, क्योंकि दर दर मंगण नूं साडे गुरां ने सानू हुक्म नहीं दिता।
कई मंगते फिरदे आ ना दर दर ते झोलियां पा के, पर तुसीं कदे सिख नहीं देखोगे भी कृपान पाई आ, दाड़ा रखिया बाणा पाया, जाके आटा मंगदा फिरदा, कदे नहीं देखोगे। क्योंकि गुरु नानक ने दसे कहते मेरा सिख किरती आ, किरत करेगा, मंग खाना नहीं भी मंग मंग खाओ। हाँ जे कोई किसी के दर ते जाके मंगते भी ने, कार सेवा वाले महापुरुष बोरियां लैके पहुंच जाते हैं ना, ਉਹਦੇ ਵਿੱਚ ਆਪਣਾ ਕੋਈ ਸਵਾਰਥ ਨਹੀਂ ਉਹਨਾਂ ਦਾ, ਆਪਣੇ ਸਰੀਰ ਵਾਸਤੇ ਨਹੀਂ, ਸੰਗਤ ਵਾਸਤੇ, ਸੰਗਤ ਦੇ ਭਲੇ ਵਾਸਤੇ, ਸੰਗਤ ਦੇ ਲੰਗਰ ਵਾਸਤੇ, ਪਰਉਪਕਾਰ ਵਾਸਤੇ। ਇੱਕ ਆਪਣੇ ਵਾਸਤੇ ਹੁੰਦਾ, ਇੱਕ ਦੂਜਿਆਂ ਵਾਸਤੇ। ਆਪਣਿਆਂ ਵਾਸਤੇ ਤਾਂ ਆਪਣੇ ਵਾਸਤੇ ਸਾਰੇ ਅਰਦਾਸ ਕਰਦੇ ਨੇ, ਸਾਰੇ ਮਿਹਨਤ ਕਰਦੇ ਨੇ, ਆਪਣੇ ਵਾਸਤੇ ਸਾਰੇ ਸੋਚਦੇ ਨੇ, ਪਰ ਵਿਰਲੇ ਹੁੰਦੇ ਨੇ ਜਿਹੜੇ ਦੂਜਿਆਂ ਵਾਸਤੇ ਵੀ ਸੋਚਦੇ ਨੇ। ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹਿਲਾ ਬਚਨ ਕਿਰਤ ਕਰੋ। ਹੁਣ ਜਿੰਨੇ ਤੁਸੀਂ ਬੈਠੇ ਹੋ ਸਾਰੇ ਕਿਰਤੀ ਹੋਵੋਗੇ, ਕਿਉਂਕਿ ਗੁਰੂ ਦਾ ਬਚਨ ਆ ਨਾ। ਦੋ ਫਰਜ਼ ਨੇ ਇਨਸਾਨ ਦੇ, ਇੱਕ ਜਿਸਮਾਨੀ, ਇੱਕ ਰੂਹਾਨੀ। ਜਿਸਮਾਨੀ ਹੈ ਧੰਦੇ ਕਰਨੇ, ਕੰਮ ਕਰਨੇ, ਇਹ ਫਰਜ਼ ਸਾਰੇ ਨਿਭਾ ਰਹੇ ਨੇ। ਰੂਹਾਨੀ ਫਰਜ਼ ਹੈ ਸਤਸੰਗ ਕਰਨੀ, ਬਾਣੀ ਪੜ੍ਹਨੀ, ਸੇਵਾ ਕਰਨੀ ਔਰ ਸਿਮਰਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ। ਜਿਹੜਾ ਰੂਹਾਨੀ ਫਰਜ਼ ਹੈ ਇਹ ਥੋੜੇ ਨਿਭਾਉਂਦੇ ਨੇ, ਜਿਸਮਾਨੀ ਸਾਰੇ ਨਿਭਾਉਂਦੇ ਨੇ, ਪਰ ਉਹਦੇ ਭਲੇ ਵਿੱਚ ਕੋਈ ਸ਼ੰਕਾ ਨਹੀਂ। ਜਿਹੜਾ ਜਿਸਮਾਨੀ ਵੀ ਨਿਭਾਈ ਜਾਵੇ, ਰੂਹਾਨੀ ਵੀ ਨਿਭਾਈ ਜਾਵੇ। ਦੂਜਾ ਵਚਨ ਗੁਰੂ ਨਾਨਕ ਮਹਾਰਾਜ ਜੀ ਦਾ ਵੀ ਵੰਡ ਛਕੋ। ਹੁਣ ਬੰਦਾ ਮਿਹਨਤ ਕਰਦਾ ਕਈ ਤਰ੍ਹਾਂ ਦੇ ਨਾਲ, ਕਈ ਵਾਰੀ ਜੋ ਨਹੀਂ ਵੀ ਕਰਨਾ ਉਹ ਵੀ ਕਰ ਜਾਂਦਾ, ਵੀ ਕਿਹੜਾ ਕੋਈ ਦੇਖਦਾ, ਕਿਹੜਾ ਕਿਸੇ ਨੂੰ ਪਤਾ ਲੱਗਣਾ। ਇਹ ਤਾਂ ਅਗਿਆਨਤਾ ਹੈ। ਪਰ ਪਰਮੇਸ਼ਰ ਉਹ ਵਾਹਿਗੁਰੂ ਘਟ ਘਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ। ਇੱਥੇ ਬੈਠੇ ਇੱਥੇ ਵੀ ਦੇਖਦਾ, ਕਮਰੇ ਵਿੱਚ ਕੁੰਡੀ ਲਾ ਕੇ ਕੋਈ ਕੰਮ ਕਰੇ ਉੱਥੇ ਵੀ ਦੇਖਦਾ। ਹੱਟ ਭੰਨੈ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ ਅੱਗੋਂ ਦੇਖੈ, ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੇ। ਪਰਮੇਸ਼ਰ ਤੋਂ ਨਹੀਂ ਨਾ ਕੁਝ ਵੀ ਲੁਕਦਾ। ਹੁਣ ਦੂਜਾ ਵਚਨ ਵੰਡ ਕੇ ਛਕਣਾ। ਜਿਵੇਂ ਹੁਣ ਆਪਾਂ ਬੈਠੇ ਆ, ਸੇਵਕਾਂ ਨੇ ਗੁਰੂ ਮਹਾਰਾਜ ਜੀ ਦੇ ਚਰਨ ਗ੍ਰਹਿ ਵਿਖੇ ਪਵਾਏ। 3 ਦਿਨਾਂ ਤੋਂ ਲੰਗਰ ਚੱਲਦਾ, ਚਾਹ ਦਾ ਵੀ, ਭੋਜਨ ਦਾ ਵੀ, ਫਿਰ ਹੋਰ ਵੀ ਬਹੁਤ ਪਦਾਰਥ ਚੱਲੇ। ਇਹਨੂੰ ਕਹਿੰਦੇ ਨੇ ਵੰਡ ਕੇ ਛਕਣਾ। ਜਿੱਥੇ ਸੰਗਤਾਂ ਛਕਣਗੀਆਂ ਉੱਥੇ ਕੋਈ ਰਾਹਗੀਰ ਜਾਂਦਾ ਹੋਇਆ ਉਹ ਵੀ ਛਕ ਗਿਆ ਹੋਣਾ। ਫਿਰ ਗੁਰੂ ਕੇ ਵਜ਼ੀਰ, ਬਾਣੀ ਪੜ੍ਹਨ ਵਾਲੇ ਗੁਰਸਿੱਖ, ਉਹਨਾਂ ਨੇ ਵੀ ਛਕਿਆ। ਇਹ ਵੰਡ ਛਕਣਾ। ਹੁਣ ਠੰਡ ਹੈ, ਆਪਾਂ ਨੂੰ ਕੋਈ ਦੀ ਜਾਂਦਾ ਵੀ ਇਹ ਗਰੀਬ ਆ ਬੱਚਾ, ਇਹ ਲੋੜਵੰਦ ਹੈ, ਬੂਟ ਨਹੀਂ ਉਹਦੇ ਬੂਟ ਪਵਾ ਦਿਓ, ਕੋਈ ਕੋਟੀ ਜਰਸੀ ਨਹੀਂ ਉਹ ਲੈ ਦਿਓ, ਗਰਮ ਕੱਪੜੇ ਪਵਾ ਦਿਓ। ਕੋਈ ਲੋੜਵੰਦ ਹੈ, ਦਵਾਈ ਨਹੀਂ ਲੈ ਸਕਦਾ, ਉਹਨੂੰ ਦਵਾਈ ਲੈ ਦਿਓ। ਇਹ ਵੰਡ ਕੇ ਛਕਣਾ ਹੁੰਦਾ। ਇਹ ਸਾਡੇ ਗੁਰੂਆਂ ਨੇ ਕਿਹਾ ਸਾਨੂੰ। ਫਿਰ ਤੀਜਾ ਨਾਮ ਜਪਣਾ। ਜਦ ਇਹ ਤਿੰਨੇ ਕੰਮ ਕੋਈ ਵੀ ਕਰੇ, ਭਾਵੇਂ ਕੋਈ ਮਾਈ ਕਰੇ, ਭਾਵੇਂ ਕੋਈ ਭਾਈ ਕਰੇ, ਕੋਈ ਬੰਦਸ ਨਹੀਂ,
ਗੁਰੂ ਨਾਨਕ ਦੇ ਘਰ ਵਿੱਚ ਇੱਕੋ ਜਿਹਾ ਸਤਿਕਾਰ ਹੈ। ਗੁਰੂ ਨੂੰ ਨਮਸਕਾਰ ਭਾਈਆਂ ਨੇ ਵੀ ਕੀਤੀ ਆ, ਮਾਈਆਂ ਨੇ ਵੀ ਕੀਤੀ ਆ। ਭਾਈ ਵੀ ਬੈਠੇ ਨੇ, ਮਾਈਆਂ ਵੀ ਬੈਠੀਆਂ ਨੇ। ਉਹੀ ਵਿਸਾਈ, ਉਹੀ ਸਹੂਲਤ ਭਾਈਆਂ ਲਈ ਵੀ ਹੈ, ਮਾਈਆਂ ਲਈ ਵੀ ਹੈ। ਕੜਾਹ ਪ੍ਰਸਾਦ ਵਰਤਾਇਆ ਜਾਣਾ ਅਰਦਾਸ ਤੋਂ ਬਾਅਦ ਮਾਈਆਂ ਨੂੰ ਵੀ ਮਿਲੇਗਾ, ਭਾਈਆਂ ਨੂੰ ਵੀ ਮਿਲੇਗਾ। ਕੋਈ ਫਰਕ ਤਾਂ ਨਹੀਂ ਰੱਖਿਆ ਗੁਰੂਆਂ ਨੇ। ਖੰਡੇ ਵਰਗਾ ਅੰਮ੍ਰਿਤ ਮਾਈ ਵੀ ਛਕੇ, ਭਾਈ ਵੀ ਛਕੇ। ਕਛਹਿਰਾ ਮਾਈ ਵੀ ਪਾ ਸਕਦੀ ਹੈ, ਭਾਈ ਵੀ ਪਾ ਸਕਦਾ। ਕੜਾ ਮਾਈਆਂ ਵੀ ਪਾਉਣ, ਭਾਈ ਵੀ ਪਾਉਣ। ਕੇਸ ਮਾਈਆਂ ਵੀ ਰੱਖਣ, ਭਾਈ ਵੀ ਰੱਖਣ। ਦਸਤਾਰ ਭਾਈ ਵੀ ਸਜਾਉਂਦੇ ਨੇ, ਮਾਈਆਂ ਵੀ ਸਜਾ ਸਕਦੀਆਂ ਨੇ। ਹੈ ਨਾ ਇੱਕ ਤਾਂ ਕਿਸੇ ਗੱਲ ਦਾ ਕੋਈ ਫਰਕ ਨਹੀਂ। ਏਦਾਂ ਗੁਰੂਆਂ ਦੀ ਕਿਰਪਾ। ਗੁਰੂਆਂ ਨੇ ਪਿਆਰ ਨਾਲ ਵੀ ਸਮਝਾਇਆ, ਫਿਰ ਖੰਡਾ ਵੀ ਖੜਕਾਇਆ। ਆਪ ਉਹਦੇ ਦਿਨ ਆਉਣਗੇ। ਬਾਬਾ ਜੀ ਪਹਿਲਾਂ ਸੁਣਾਉਂਦੇ ਸੀ, ਤੁਹਾਨੂੰ ਇਤਿਹਾਸ ਨਾਲ ਜੁੜਿਆ ਹੋਇਆ ਸੀ। ਦੇਗ ਵੀ ਚਲਾਈ ਔਰ ਤੇਗ ਵੀ ਚਲਾਈ। ਦੋ ਗੱਲਾਂ। ਦੇਗ ਜਿਹਨੂੰ ਆਪਾਂ ਪ੍ਰਸ਼ਾਦਾ ਪਾਣੀ ਕਹਿੰਦੇ ਆ, ਲੰਗਰ ਗੁਰੂ ਦਾ ਚੱਲਦਾ ਨਾ ਹਰ ਇੱਕ ਗੁਰੂ ਘਰ। ਰਾੜਾ ਸਾਹਿਬ ਚਲੇ ਜਾਓ, 24 ਘੰਟੇ ਲੰਗਰ ਮਿਲੇਗਾ। ਫਿਰ ਜਦੋਂ ਕਿਤੇ ਖਾਲਸੇ ਤੇ ਭੀੜ ਪੈ ਜਾਂਦੀ ਆ, ਕੋਈ ਮੁਸ਼ਕਲ ਬਣ ਜਾਂਦੀ ਆ, ਕੋਈ ਚੜ੍ਹ ਕੇ ਆ ਜਾਂਦਾ, ਕੋਈ ਹੱਕ ਖੋਹਦਾ, ਕੋਈ ਦਸਤਾਰ ਦੀ ਬੇਅਦਬੀ ਕਰਦਾ, ਕੋਈ ਜ਼ੁਲਮ ਕਰਦਾ, ਕੋਈ ਕਿਸੇ ਮਾਂ ਵੱਲ, ਕਿਸੇ ਭੈਣ ਵੱਲ ਮਾੜੀ ਨਿਗਾਹ ਨਾਲ ਤੱਕਦਾ, ਫਿਰ ਖਾਲਸਾ ਗੁਰੂ ਕਾ ਖੰਡਾ ਵੀ ਖੜਕਾ ਦਿੰਦਾ। 10ਵੇਂ ਪਾਤਸ਼ਾਹ ਜੀਆਂ ਦਾ ਬਚਨ ਹੈ, ਕਿਤੇ ਦੇਗ ਚੱਲਦੀ, ਕਿਤੇ ਦੇਗ ਚੱਲਦੀ। ਕਿਤੇ ਦੇਗ ਚੱਲਦੀ, ਕਿਤੇ ਦੇਗ ਚੱਲਦੀ। ਦੇਗ ਦੇਗ ਤੀਸਰਾ ਬਚਨ ਨਾਮ ਜਪਣਾ। ਜਿਹੜਾ ਜਪੇਗਾ ਤਿੰਨੇ ਬਚਨ ਕਮਾਵੇਗਾ, ਉਹਦਾ ਭਲਾ ਹੋਵੇਗਾ। ਗੁਰੂ ਨਾਨਕ ਦਾ ਬਚਨ ਹੈ ਇਹ। ਕਿਰਤ ਕਰਨੀ ਤੇ ਵੰਡ ਕੇ ਛਕਣਾ, ਵਾਹਿਗੁਰੂ ਵਾਹਿਗੁਰੂ ਨਾਮ ਜਪਣਾ। ਕਿਰਤ ਕਰਨੀ ਤੇ ਵੰਡ ਕੇ ਛਕਣਾ, ਵਾਹਿਗੁਰੂ ਵਾਹਿਗੁਰੂ ਨਾਮ ਜਪਣਾ। ਵੰਡ ਵੰਡ ਛਕਣਾ, ਵਾਹਿਗੁਰੂ ਵਾਹਿਗੁਰੂ ਨਾਮ ਜਪਣਾ। ਕਿਰਤ ਕਰਨੀ ਤੇ ਵੰਡ ਕੇ ਛਕਣਾ, ਵਾਹਿਗੁਰੂ ਵਾਹਿਗੁਰੂ ਨਾਮ ਜਪਣਾ। ਜਗ ਤੇ ਵੇ ਜਗ ਤੇ ਵਾਹਿਗੁਰੂ
ਬੇਬੇ ਨਾਨਕੀ ਗੁਰੂ ਮਹਾਰਾਜਾਂ ਦੇ ਭੈਣ ਵੱਡੇ ਸੀ। ਪਿਤਾ ਨੂੰ ਕਹਿਣ ਲੱਗੇ, ਪਿਤਾ ਜੀ ਤੁਸੀਂ 20 ਰੁਪਏ ਪਿੱਛੇ ਮੇਰੇ ਵੀਰ ਦੇ ਚਪੇੜਾਂ ਮਾਰੀਆਂ, ਮੈਨੂੰ ਬਹੁਤ ਦੁੱਖ ਹੋਇਆ। ਤੇ ਜਿਹੜੇ ਤੁਹਾਡੇ 20 ਰੁਪਏ ਨੇ ਨਾ, ਮੈਂ ਤੁਹਾਨੂੰ ਸੁਲਤਾਨਪੁਰ ਤੋਂ ਲਿਆ ਕੇ ਦੇ ਦੂੰ। ਸੁਲਤਾਨਪੁਰ ਵਿਆਹੇ ਹੋਏ ਸੀ ਤੇ ਨਾਲੇ ਹੁਣ ਮੈਂ ਆਪਣੇ ਵੀਰ ਨੂੰ ਆਪਣੇ ਨਾਲ ਹੀ ਲੈ ਜਾਣਾ, ਆਪਣੇ ਸਹੁਰੇ ਘਰ। ਉੱਥੇ ਲੈ ਗਏ ਸੀ। ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਜੀਜਾ ਲੱਗਦੇ ਸੀ ਜੈ ਰਾਮ, ਜਿਹੜੇ ਦੌਲਤ ਖਾਨ ਦੇ ਅਹਿਲਕਾਰ ਸੀ, ਚੰਗਾ ਉਹਦਾ ਸੀ। ਤੇ ਗੁਰੂ ਨਾਨਕ ਪਾਤਸ਼ਾਹ ਦੇ ਪਿਤਾ ਬਾਬਾ ਕਲਿਆਣ ਦਾਸ ਜੀ, ਜਿਨ੍ਹਾਂ ਨੂੰ ਮਹਿਤਾ ਕਾਲੂ ਜੀ ਵੀ, ਉਹ ਪਟਵਾਰੀ ਸੀ, ਖਾਨਦਾਨੀ ਪਟਵਾਰੀ। ਘਰ ਦੇ ਵਿੱਚ ਸਭ ਪਦਾਰਥ, ਸਭ ਵਸਤੂਆਂ ਸੀਗੀਆਂ। ਤੇ ਫਿਰ ਉੱਥੇ ਗੁਰੂ ਨਾਨਕ ਪਾਤਸ਼ਾਹ ਨੇ ਨੌਕਰੀ ਕੀਤੀ ਦੌਲਤ ਖਾਨ ਦੇ ਮੋਦੀ ਖਾਨੇ ਵਿੱਚ। ਸੌਦਾ ਤੋਲਦੇ, ਰਾਸ਼ਨ ਤੋਲਦੇ। ਜਦੋਂ ਰਾਸ਼ਨ ਤੋਲਦੇ ਨਾ, ਤੱਕੜੀ ਵਿੱਚ ਪਾਉਂਦੇ, ਦੇਖਿਆ ਨਾ ਉਹ ਭਰ ਕੇ ਬੁੱਕ ਜਾਂ ਭਾਂਡੇ ਨਾਲ ਪਾਉਂਦੇ ਆ। ਜੇ ਕਿਲੋ ਪਾਉਣਾ 2-3 ਵਾਰੀ ਪਾਉਂਦੇ ਆ, ਕਈ ਵਾਰੀ ਘਟ ਜਾਂਦਾ, ਹੋਰ ਪਾ ਦਿੰਦੇ ਆ, ਵੱਧ ਜਾਂਦਾ, ਕੱਢ ਲੈਂਦੇ ਆ। ਗੁਰੂ ਨਾਨਕ ਪਾਤਸ਼ਾਹ ਜੀ ਤੱਕੜੀ ਵਿੱਚ ਪਾਉਂਦੇ ਇੱਕ, ਕਿੰਨਾ ਚਿਰ ਇੱਕ ਹੀ ਉਚਾਰੀ ਜਾਂਦੇ, ਅੱਗੇ ਨਾ ਗਿਣਤੀ ਕਰਦੇ, ਕਿਉਂਕਿ ਉਹ ਪਰਮੇਸ਼ਰ ਇੱਕ ਆ ਨਾ। ਜਿਹੜੀ ਬਾਣੀ ਹੈ ਸਤਿਗੁਰਾਂ ਦੀ, ਇਹ ਵੀ ਇੱਕ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇੱਕ ਲਿਖਿਆ ਉੱਥੇ ਗੁਰਮੁਖੀ ਦਾ, ਇੱਕ ਪੰਜਾਬੀ ਦਾ ਹੁੰਦਾ, ਇੱਕ ਗੁਰਮੁਖੀ ਦਾ। ਤੇ ਉਪਦੇਸ਼ ਵੀ ਆ ਵੀ ਇੱਕ ਨੂੰ ਹੀ ਜਪਣਾ, ਇੱਕ ਨੂੰ ਹੀ ਧਿਆਉਣਾ, ਇੱਕ ਨੂੰ ਹੀ ਮੰਨਣਾ, ਇੱਕ ਤੇ ਹੀ ਲੜ ਲੱਗਣਾ, ਇੱਕ ਤੇ ਹੀ ਵਿਸ਼ਵਾਸ ਰੱਖਣਾ, ਇੱਕ ਤੇ ਹੀ ਸ਼ਰਧਾ ਰੱਖਣੀ, ਇੱਕ ਤੋਂ ਹੀ ਮੰਗਣਾ। ਇਸ ਕਰਕੇ ਮਹਾਰਾਜ ਕਿੰਨਾ ਚਿਰ ਇੱਕ ਹੀ ਉਚਾਰੀ ਜਾਂਦੇ। ਉਪਦੇਸ਼ ਆ ਨਾ ਸਾਨੂੰ, ਇੱਕੋ ਸਿਮਰੋ ਨਾਮ
एको सच। सच और सत ये एको ही वस्तु मानते। परमेश्वर सच है, बाकी सारा कुछ झूठ है। कई बार बन जाता, कई बार मिस जाता। हम जिथे ਆਪਾਂ बैठे हाँ, इत्थे किसी टाइम कख ही कख होने, दरख्त खड़े होने, बजुर्ग बैठे ने, इन्होंने तो देखा होना ना, सलवाड़ खड़ा होना, कुछ नहीं सी, उजाड़ पिया सी, पर अज रौनक लगियां ने। कीड़ी ते कटक चढ़िया पिया, पैर रखण नूं जगह नहीं, भीड़ां लगियां ने आले दुआले इलाके विच। ये कदे जिहड़ा पसारा कई बार पसरे वो पसारा, कई बार पसरे एक बारी नहीं बन जाता, ढह ढेरी हो जाता। सदा सदा एक एकंकार, सदा परमेश्वर है, सदा वाहिगुरू है, वो ओंकार परमेश्वर है। ते बाकी सारा कुछ बिरसनहार। तीन गल्लां संसार ते हमेशा नहीं रहिंदियां। धन जिहड़ी धन दी अमीरी आ, ये हमेशा नहीं रहिंदी, इहदा समा हुंदा। सियाणे दसदे हुंदे आ, कहंदे जिहड़ी धन दी अमीरी आ ना, ये 4 पुश्तां रहिंदी आ, फिर समा बदल जांदा। देखो 4 पुश्तां तकरीबन 80 साल तो पहला पहला आ जांदियां। 4 पुश्तां अगे किहो जिहा समा आवे किसी नूं नहीं पता। तुसीं देखिया होना, बहुत लोग इहो जिहे जिहड़े अत दे गरीब सी, पर गुरु की कृपा हुई अज अमीर हो गए, धनी बन गए, पदार्थों की कोई घट नहीं। तुसीं वो भी देखे होने ने जिहड़े ठूठा चक्की फिरदे ने। गरीबी आ गई, घर च दलिदरी आ गई। धन हमेशा रहने वाली चीज नहीं, जिहड़ा धर्म है ये हमेशा रहेगा, जवानी नहीं रहेगी। वरती जावे कोई चीज़ा, ये आवेगी और जावेगी। फिर क्यारी दे विच फुल सदा नहीं रहते, खिड़े हुए। कदे बसंत आउंदी है, कदे पतझड़ आउंदी है। संसार दे विच सदा नहीं ना फुल रहिंदे। हाँ जिहड़े नाम जपदे ने सदा दिवाली साध की, अठे पैर बसंत। नाम जपण वालियां दे अंदर एक बारी आउंदी है साल दे विच, उन्हां दे अंदर कदे पतझड़ आउंदी होई नहीं, हमेशा ही फुल खिड़िया रहिंदा। सेवा दा, सिमरन दा, और क्यारी दे विच फुल हमेशा खिड़े नहीं रहंदे। ये बाणी दा वचन आ। धन जोवन फुलां दियां बाणियां, जिहड़ियां नवदार रहंदियां। धन जोवन फुलां दियां बाणियां, ओ जिहड़ियां नवदार रहंदियां।
ਮੰਗੜਾ ਨਾਠੀ ਅੜੇ ਦਿਨ ਚਾਰ। ਇਸੇ ਕਰਕੇ ਜਿਹੜਾ ਗੁਰਮੁਖ ਆ ਨਾ, ਉਹ ਗਰੀਬੀ ਨਹੀਂ ਚਾਹੁੰਦਾ, ਮੇਰੇ ਤੇ ਗਰੀਬੀ ਰਹੇ। ਗੁਰੂ ਦਾ ਸਿੱਖ ਅਮੀਰ ਹੋਣਾ ਚਾਹੀਦਾ, ਮਕਾਨ ਵੀ ਵਧੀਆ, ਵਸਤਰ ਵੀ ਵਧੀਆ, ਖਾਣ ਪੀਣ ਨੂੰ ਵੀ ਵਧੀਆ, ਸਭ ਕੁਝ ਹੋਣਾ ਚਾਹੀਦਾ, ਆਉਣ ਜਾਣ ਵਾਸਤੇ ਸਵਾਰੀ ਵੀ। ਪਰ ਉਹਨਾਂ ਚੀਜ਼ਾਂ ਦੇ ਵਿੱਚ ਲੁਪਤ ਨਹੀਂ ਹੁੰਦਾ। ਇਹਨਾਂ ਚੀਜ਼ਾਂ ਦੇ ਆਇਆਂ 'ਚ ਰੱਬ ਨੂੰ ਨਹੀਂ ਭੁੱਲਦਾ। ਉਹ ਯਾਦ ਰੱਖਦਾ ਵੀ ਇਹਨਾਂ ਨੇ ਰਹਿਣਾ ਨਹੀਂ। ਜੇ ਸਦਾ ਰਹੇਗਾ, ਹਮੇਸ਼ਾ ਕਾਇਮ ਰਹੇਗਾ ਪਰਮੇਸ਼ਰ ਦਾ ਨਾਮ, ਉਹੀ ਸੱਚਾ। ਇਸੇ ਕਰਕੇ ਬਹੁਤ ਜਿਹੜੇ ਗ੍ਰਸਤੀ ਨੇ ਉਹ ਧਨ ਵੀ ਕਮਾਈ ਜਾਂਦੇ ਨੇ ਔਰ ਧਰਮ ਵੀ ਕਮਾਈ ਜਾਂਦੇ ਨੇ। ਧਨ ਹਮੇਸ਼ਾ ਨਹੀਂ ਰਹੇਗਾ, ਧਰਮ ਹਮੇਸ਼ਾ ਰਹੇਗਾ। ਧਨ ਇੱਥੇ ਸੰਸਾਰ 'ਚ ਕੰਮ ਆਉਂਦਾ, ਅੱਗੇ ਨਹੀਂ। ਜਦੋਂ ਚਲੇ ਗਿਆ, ਭਾਂਡਾ ਫੁੱਟ ਗਿਆ, ਧਨ ਕੰਮ ਨਹੀਂ ਆਵੇਗਾ, ਹੋਰ ਸਾਂਭ ਲੈਣਗੇ। ਜਿਹੜਾ ਧਰਮ ਆ ਇਹ ਸਰੀਰ ਦੇ ਹੁੰਦਿਆਂ ਵੀ ਨਾਲ ਰਹਿੰਦਾ, ਸਰੀਰ ਛੱਡਣ ਤੋਂ ਬਾਅਦ ਵੀ ਨਾਲ ਰਹਿੰਦਾ। ਪਰਮੇਸ਼ਰ ਸੱਤ ਹੈ, ਬਾਣੀ ਸੱਤ ਹੈ। ਗੁਰੂ ਨਾਨਕ ਪਾਤਸ਼ਾਹ ਸੌਦਾ ਤੋਲਦੇ ਤੋਲਦੇ ਕਿੰਨਾ ਚਿਰ ਸੱਤ 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 ਇਹ ਉਚਾਰੀ ਜਾਂਦੇ। ਫਿਰ ਅੱਗੇ ਜਦੋਂ ਅੱਗੇ ਗਿਣਤੀ ਵੱਧਦੀ 13 ਤੇ ਚਲੇ ਜਾਂਦੇ, ਉਸ ਤੋਂ ਅੱਗੇ ਨਹੀਂ ਗਿਣਦੇ ਸੀ। 13 ਤੋਂ ਅੱਗੇ ਜਦੋਂ ਆ ਜਾਂਦਾ ਨਾ ਸ਼ਬਦ, ਫਿਰ 13 13 13 ਕਹਿ ਕੇ ਪਾਈ ਜਾਂਦੀ। ਦੁਨੀਆ ਮੇਰਾ ਮੇਰਾ ਕਹਿੰਦੀ ਆ, ਪਰ ਗੁਰੂ ਕਹਿੰਦਾ ਮੇਰਾ ਨਾ ਕਹਿ, ਤੇਰਾ ਕਹਿ। ਜੇ ਮੇਰਾ ਕਹੇਗਾ ਫਿਰ ਸੰਸਾਰ ਨਾਲ ਜੁੜ ਜਾਵੇਗਾ, ਜੇ ਤੇਰਾ ਕਹੇਗਾ ਨਿਰੰਕਾਰ ਨਾਲ, ਪਰਮੇਸ਼ਰ ਨਾਲ, ਵਾਹਿਗੁਰੂ ਨਾਲ ਜੁੜ ਜਾਵੇਗਾ। ਆਪਣੀ ਹਉਮੈ ਦਾ ਤਿਆਗ ਕਰਨਾ, ਮੈਂ ਮੇਰੀ ਦਾ ਤਿਆਗ ਕਰਨਾ, ਤੇਰਾ ਹੀ ਤੇਰਾ ਕਹਿਣਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੈ ਮੇਰਾ। ਜੇ ਮਕਾਨ ਬਣਾਇਆ ਰਹਿਣਾ ਤਾਂ ਆਪਾਂ ਹੀ ਆ ਨਾ, ਗੁਰੂ ਦਾ ਨਹੀਂ ਕਬਜ਼ਾ ਕਰਨ ਲੱਗਿਆ ਉੱਥੇ ਆ ਕੇ ਵੀ ਬਾਹਰ ਨਿਕਲੋ। ਪਰ ਜੇ ਸਿੱਖ ਕਹੇਗਾ ਮਹਾਰਾਜ ਤੇਰਾ, ਇਹ ਤੇਰਾ, ਖੁਸ਼ੀ ਹੋਵੇਗੀ ਗੁਰੂ ਦੀ। ਧੰਨ ਹੈ ਮਹਾਰਾਜ ਵੀ ਤੇਰਾ ਤੇਰਾ, ਗੁਰੂ ਨੇ ਆਪਣੇ ਨਾਲ ਥੋੜੀ ਕਰਾ ਲੈਣਾ ਵੀ ਕਾਪੀ ਮੇਰੇ ਨਾਲ ਕਰਾ ਦੇ। ਨਹੀਂ ਨਹੀਂ, ਰਹਿਣਾ ਤਾਂ ਆਪਣਾ ਹੀ ਆ, ਪਰ ਗੁਰੂ ਦੀ ਖੁਸ਼ੀ ਹੋਵੇਗੀ ਜਦੋਂ ਤੇਰਾ ਤੇਰਾ ਕਹਾਂਗੇ। ਇਸ ਕਰਕੇ ਸਿੱਖ ਤਾਂ ਹਮੇਸ਼ਾ ਹੀ ਅਰਦਾਸ ਕਰਦਾ, ਵਾਹਿਗੁਰੂ ਜੋ ਕਿਛ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼ ਨਾ। ਵਾਹਿਗੁਰੂ ਜੋ ਕਿਛ ਹੈ ਸੋ ਤੇਰਾ, ਮੇਰੀ ਇੱਥੇ ਕੋਈ ਚੀਜ਼ ਨਾ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੈ ਮੇਰਾ। ਗੁਰੂ ਮਹਾਰਾਜ ਜੀ ਸੌਦਾ ਤੋਲਦੇ ਨੇ, ਤੇਰਾ 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 ਕਹਿ ਕੇ ਸਭ ਦੀਆਂ ਝੋਲੀਆਂ ਭਰੀ ਜਾਂਦੇ, ਸਭ ਨੂੰ ਨਿਹਾਲ ਕਰੀ ਜਾਂਦੇ ਨੇ, ਸਭ ਨੂੰ ਖੁਸ਼ੀਆਂ ਬਖਸ਼ੀ ਜਾਂਦੇ ਨੇ। ਫਿਰ ਮਹਾਰਾਜ ਜੀ ਦਾ ਉੱਥੇ ਵਿਆਹ ਹੋਇਆ ਸੀ, ਗੁਰੂ ਨਾਨਕ ਪਾਤਸ਼ਾਹ ਜੀ ਦਾ, ਸੁਲਤਾਨਪੁਰ। ਸੁਪੁੱਤਰ ਵੀ ਵਿਆਹੇ, ਧੀਆਂ ਵੀ ਵਿਆਹੀਆਂ। ਅੱਗੇ ਸੱਦ ਕੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਨਾ। ਉਹਨਾਂ ਕੋਲ ਕਿਸੇ ਚੀਜ਼ ਦਾ ਘਾਟਾ ਤਾਂ ਨਹੀਂ ਸੀਗਾ,
ਵੱਡੇ ਵੱਡੇ ਰਾਜੇ ਮਹਾਰਾਜੇ ਗੁਰੂਆਂ ਦੇ ਸੇਵਕ ਸੀ, ਉਹਨਾਂ ਦੇ ਚਰਨਾਂ 'ਚ ਬੈਠਦੇ ਸੀ। ਪਰ ਅੱਗੇ ਲੱਗ ਕੇ ਸਾਨੂੰ ਸਿੱਖਿਆ ਦੇ ਕੇ ਗਏ ਨੇ। ਜਿਵੇਂ ਫੌਜ ਦੇ ਵਿੱਚ ਜਦੋਂ ਰੰਗਰੂਟ ਹੁੰਦਾ ਨਾ, ਜਿਹੜੇ ਵੱਡੇ ਅਫਸਰ ਨੇ ਉਹ ਪਹਿਲਾਂ ਆਪ ਅੱਗੇ ਕਰਦੇ ਨੇ ਰੰਗਰੂਟਾਂ ਨੂੰ ਸਿਖਾਉਣ ਲਈ। ਪੁਲਿਸ ਮਹਿਕਮੇ 'ਚ ਵੀ ਜਿਹੜੇ ਵੱਡੇ ਅਫਸਰ ਹੁੰਦੇ ਨੇ ਸਿਖਾਉਣ ਲਈ ਗੈਸਟਡ ਅਫਸਰ ਉਹ ਇਸ ਤਰ੍ਹਾਂ ਕਰਦੇ ਨੇ। ਟੀਚਰ ਵੀ ਊੜਾ ਆੜਾ ਪਹਿਲਾਂ ਆਪ ਬੋਲਦੇ ਨੇ, ਲੋੜ ਤਾਂ ਹੁੰਦੀ ਨਹੀਂ ਪਰ ਬੱਚਿਆਂ ਨੂੰ ਸਿਖਾਉਣਾ ਹੁੰਦਾ। ਸਾਡੇ ਗੁਰੂਆਂ ਨੇ ਸੁਪੁੱਤਰ ਵੀ ਵਿਆਹੇ, ਧੀਆਂ ਵੀ ਵਿਆਹੀਆਂ, ਪਰ ਦਿਖਾਵਾ ਨਹੀਂ ਕੀਤਾ। ਦਿਖਾਵੇ ਵਿੱਚ ਦੁੱਖ ਆ। ਅੱਜ ਸੰਸਾਰ ਕਿਉਂ ਦੁਖੀ ਆ? ਦੇਖੋ ਸਾਰਾ ਕੁਝ ਸਾਡੀਆਂ ਮਾਈਆਂ ਨੇ ਕਿਵੇਂ ਬੱਚੇ ਪਾਲੇ। ਬਜ਼ੁਰਗ ਬੈਠੇ ਨੇ, ਰਾਤ ਨੂੰ ਅੱਗ ਸਵਾਹ ਵਿੱਚ ਰੱਖ ਦਿੰਦੇ ਸੀ ਥੋੜੀ ਜਿਹੀ ਧੁੱਖ ਦੀ, ਵੀ ਸਵੇਰੇ ਉਹਦੇ ਕੰਮ ਲਵਾਂਗੇ, ਵੀ ਇੱਕ ਸੀਖ ਬਣਾ ਮਚਾਉਣੀ ਪਵੇ, ਉਹਦਾ ਵੀ ਇੰਨਾ ਖਿਆਲ ਰੱਖਦੇ ਸੀ। ਜੇ ਸੀਖ ਮੱਚੇਗੀ ਫਿਰ ਦੂਜੀ ਜਲਾਉਣੀ ਪਊਗੀ। ਫਿਰ ਸੁਖੀ ਵੀ ਸੀ, ਦਿਖਾਵਾ ਨਹੀਂ ਸੀ। ਜਿੱਥੇ ਦਿਖਾਵਾ ਉੱਥੇ ਮਨ ਦਾ ਟਿਕਾ ਨਹੀਂ ਬਣੇਗਾ, ਪਰੇਸ਼ਾਨੀ ਮਨ ਵਿੱਚ ਬਣੀ ਰਹੇਗੀ। ਫਿਰ ਜੇ ਹੁਣ ਕਿਸੇ ਦੇ ਘਰੇ ਜਾਓ ਨਾ, ਬੈੱਡ ਭਰੇ ਪਏ ਨੇ ਕੱਪੜਿਆਂ ਨਾਲ, ਅਲਮਾਰੀਆਂ ਕਿੱਲੀਆਂ ਟੁੱਟਣ ਨੂੰ ਆਈਆਂ ਨੇ, ਫਿਰ ਵੀ ਕਹਿੰਦੇ ਨੇ ਹੈ ਨਹੀਂ ਘੱਟ। ਫਿਰ ਕਹਿੰਦੇ ਦੁਖੀਆਂ। ਦੁਖੀ ਆਪਾਂ ਨੂੰ ਹੋਰ ਤਾਂ ਨਹੀਂ ਕੋਈ ਕਰਦਾ, ਆਪੇ ਹੀ ਦੁਖੀ ਹੋ ਜਾਂਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਿਸੇ ਦੀ ਰੀਸ ਨਾ ਕਰ, ਆਪਣਾ ਆਪ ਦੇਖ। ਜੈਸਾ ਬਿੱਤ ਤੈਸੋ ਹੀ ਵਰਤੈ, ਆਪਣਾ ਬਲ ਨਹੀਂ ਹਾਰੇ। ਦੂਜੇ ਦੇ ਦੇਖ ਕੇ ਨਾ ਪਾ ਵੀ ਵਧੀਆ ਬ੍ਰਾਂਡਡ, ਆਪਣਾ ਦੇਖ ਪਹਿਲਾਂ। ਇੱਥੇ ਕੋਈ ਨਹੀਂ ਕਿਸੇ ਦੇ ਦੇਖਦਾ। ਜਿਹੜਾ ਸਾਦਾ ਜੀਵਨ ਆ ਉਹਦੇ ਵਿੱਚ ਰਹਿ ਕੇ ਇਹ ਗੁਰੂਆਂ ਨੇ ਮਾਰਗ ਦਿਖਾਇਆ। ਪਰ ਹੁਣ ਉਜਾੜਾ ਹੋ ਰਿਹਾ। ਦੇਖੋ ਦੇਖ ਇੱਕ ਦੂਜੇ ਨੂੰ ਘਾਟ ਨਾ ਕਿਵੇਂ ਕਹਾਇਆ ਵੀ ਮੈਂ ਕਿਹੜਾ ਘੱਟ ਆ, ਮੇਰਾ ਨੱਕ ਰਹਿ ਜਾਵੇ। ਜਿਹੜੇ ਵਿਆਹ ਹੁੰਦੇ ਨੇ, ਸ਼ਾਦੀਆਂ ਹੁੰਦੀਆਂ ਨੇ, ਉਹ ਪਦਾਰਥ ਦੇਖ ਕੇ, ਸਮਾਨ ਦੇਖ ਕੇ ਹੁੰਦਾ। ਇਨਸਾਨ ਦੇਖ ਕੇ ਤਾਂ ਨਹੀਂ, ਬਹੁਤ ਘੱਟ ਨੇ। ਸਮਾਨ ਦੇਖਦੇ ਨੇ ਵੀ ਇਹਦੇ ਕੋਲੇ ਕੀ ਆ। ਜਿਹੜਾ ਸਮਾਨ ਆ ਇਹ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ, ਕਦੇ ਘਟ ਜਾਂਦਾ, ਕਦੇ ਵੱਧ ਜਾਂਦਾ, ਕਦੇ ਹੁੰਦਾ ਹੀ ਨਹੀਂ, ਕਦੇ ਬਹੁਤ ਹੋ ਜਾਂਦਾ। ਜਿਹੜੇ ਸਾਡੇ ਬਜ਼ੁਰਗ ਨੇ ਉਹ ਪੁੱਛਦੇ ਸੀ ਇਹਦਾ ਦਾਦਾ ਕੌਣ ਆ, ਇਹਦੀ ਦਾਦੀ ਕੌਣ ਆ, ਇਹਦਾ ਪਿਤਾ ਕੌਣ ਆ, ਇਹਨਾਂ ਦਾ ਖਾਨਦਾਨ ਕੀ ਆ। ਉਹ ਇਨਸਾਨ ਦੇਖਦੇ ਸੀ, ਪਰ ਹੁਣ ਤਾਂ ਸਮਾਨ ਦੇਖਦੇ ਆ। ਜਿੰਨਾ ਚਿਰ ਸਮਾਨ ਰਹਿੰਦਾ ਰਿਸ਼ਤਾ ਬਣਿਆ ਰਹਿੰਦਾ, ਜਦੋਂ ਸਮਾਨ ਆਇਆ ਨਾ ਫਿਰ ਟੁੱਟ ਜਾਂਦਾ। ਜਿਹੜਾ ਧਰਮ ਹੈ ਇਹ ਹਮੇਸ਼ਾ ਰਹਿੰਦਾ, ਧਨ ਹਮੇਸ਼ਾ ਨਹੀਂ ਰਹਿੰਦਾ। ਧਨ ਤਾਂ ਵਰਤਣ ਲਈ ਹੈ, ਵਰਤੋ ਆਪਣੇ ਲਈ ਵੀ, ਕਿਸੇ ਲੋੜਵੰਦ ਲਈ ਵੀ। ਆ ਜਿਵੇਂ ਹੁਣ ਵਰਤ ਹੀ ਰਿਹਾ ਨਾ ਸਰਦਾਰ ਹਰਮਿੰਦਰ ਸਿੰਘ ਜੀ, ਇਹ ਵਰਤੋਂ ਆਪਣੇ ਲਈ ਵੀ ਕਰ ਰਹੇ ਨੇ, ਸੰਗਤਾਂ ਲਈ ਵੀ, ਗੁਰੂ ਦੇ ਵਜ਼ੀਰਾਂ ਲਈ ਵੀ। ਗੁਰੂ ਦੀ ਵੀ ਖੁਸ਼ੀ, ਸੰਗਤ ਦੀ ਖੁਸ਼ੀ, ਹੋਰ ਵੀ ਬਥੇਰੇ ਪਰਉਪਕਾਰ ਕਰ ਦਿੰਦੇ ਨੇ ਇਹ। ਤਾਂ ਉਹ ਜਿਹੜੇ ਮੂਲ ਚੰਦ ਜੀ ਕਹਿੰਦੇ ਵੀ ਬਰਾਤ ਵਿੱਚ ਵਧੀਆ ਬਰਾਤੀ ਲੈ ਕੇ ਆਇਓ, ਅਮੀਰ ਅਮੀਰ ਸਾਡੀ ਵੱਡੋਂ ਹੋਵੇਗੀ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਬਰਾਤ ਲੈ ਕੇ ਗਏ ਨਾ ਅਚਲ ਬਟਾਲੇ, ਬਰਾਤ ਦੇ ਵਿੱਚ ਕਿਸੇ ਦੇ ਚਿੱਟਾ, ਕਿਸੇ ਦੇ ਕਾਲਾ, ਕਿਸੇ ਦੇ ਭਗਵਾ, ਕਿਸੇ ਦੇ ਬੋਰੀ ਪਾਈ ਆ, ਸਾਧੂ ਨਾਲ। ਕਿਉਂਕਿ ਦੁਨੀਆ ਉਹਨੂੰ ਅਮੀਰ ਮੰਨਦੀ ਆ ਜਿਹਦੇ ਕੋਲੇ ਧਨ ਹੈ, ਪਰ ਰੱਬ ਦੇ ਰਸਤੇ ਵਿੱਚ ਭਾਗ ਛੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮ। ਜਿਹਦੇ ਘਰ ਦੇ ਵਿੱਚ, ਹਿਰਦੇ ਰੂਪੀ ਘਰ ਵਿੱਚ ਨਾਮ ਦਾ ਧਨ ਹੈ,
ਇਹ ਹਮੇਸ਼ਾ ਰਹਿੰਦਾ। ਬਸਤਾ ਟੁੱਟੀ ਝੌਂਪੜੀ ਤੀਰ ਸਭ ਛਿੰਨਾ, ਜਾਤ ਨਾ ਪਤ ਨਾ ਅਦਰੋ ਉਦਿਆਨ ਪਰ ਮਹੀਨਾ, ਮਿੱਤਰ ਨਾ ਇੱਠ ਤਨ ਰੂਪ ਏੜ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਬਿਨਾ। ਇੱਧਰ ਅਮੀਰੀ ਹੋਰ, ਜੇ ਦੁਨੀਆ ਦੇ ਵਿੱਚ ਬੰਦੇ ਕੋਲੇ ਟਕਾ ਨਹੀਂ, ਕਹਿੰਦੇ ਟਕੇ ਦਾ ਨਹੀਂ। ਜਿਹਦੇ ਕੋਲੇ ਟਕਾ ਨਹੀਂ ਨਾ, ਕਹਿੰਦੇ ਟਕੇ ਦਾ ਨਹੀਂ। ਜੇ ਸਾਧੂ ਬਣ ਕੇ ਟਕੇ ਪਿੱਛੇ ਫਿਰੇ ਤਾਂ ਉਹ ਵੀ ਟਕੇ ਦਾ ਨਹੀਂ। ਸਾਡੇ ਵਾਂਗੂ ਲਿਬਾਸ ਤਾਂ ਪਾਇਆ ਪਰ ਉਹ ਵੀ ਟਕੇ ਦਾ ਨਹੀਂ। ਇੱਧਰ ਵੀ ਟਕੇ ਦੀ ਗੱਲ ਹੈ ਔਰ ਉਧਰ ਵੀ ਟਕੇ ਦੀ ਗੱਲ ਹੈ, ਦੋਵਾਂ ਪਾਸੇ। ਪਰ ਗੁਰੂ ਨਾਨਕ ਦੇ ਘਰ ਵਿੱਚ ਅਮੀਰ ਤਾਂ ਉਹਨੂੰ ਮੰਨਿਆ ਜਾਂਦਾ ਜਿਹਦੇ ਹਿਰਦੇ ਵਿੱਚ ਨਾਮ ਆ, ਜਿਹੜਾ ਬੰਦਗੀ ਕਰਦਾ, ਜਿਹੜਾ ਸਿਮਰਨ ਕਰਦਾ। ਇਸ ਕਰਕੇ ਦੁਨੀਆ ਦੀਆਂ ਬਾਦਸ਼ਾਹੀਆਂ ਝੂਠੀਆਂ ਨੇ। ਜੇ ਅੱਜ ਕੋਈ ਬਾਦਸ਼ਾਹ ਬਣ ਗਿਆ ਨਾ, ਉਹਨੂੰ ਜਦੇ ਹੀ ਫਿਕਰ ਪੈ ਜਾਂਦਾ ਵੀ ਕੱਲ ਨੂੰ ਪਤਾ ਨਹੀਂ ਕਿ ਉਹ ਕੋਈ ਰਾਜ ਕੋਈ ਨਾ ਲਵੇ। ਆਪਾਂ ਹੀ ਬਣਾਉਂਦੇ ਆ ਨਾ ਪਰਚੀਆਂ ਪਾ ਪਾ ਕੇ, ਆਪਾਂ ਹੀ ਬਣਾਉਂਦੇ ਆ, ਫਿਰ ਲਾਉਣੇ ਵੀ ਆਪਾਂ ਹੀ ਆ, ਕੋਈ ਬਹੁਤ ਹੋ ਗਿਆ ਆਇਆ ਥੱਲੇ। ਪਰ ਜਿਹੜਾ ਅਸਲੀ ਬਾਦਸ਼ਾਹ, ਨਾਮ ਜਪਣ ਵਾਲਾ, ਜਿਹੜੀ ਉਹ ਪਦਵੀ ਹੈ ਜਿਹਨੂੰ ਅਬਿਨਾਸੀ ਆਖੀਦਾ, ਉਹ ਨਾਮ ਜਪਣ ਵਾਲਿਆਂ ਕੋਲੇ, ਰੱਬ ਦੇ ਪਿਆਰਿਆਂ ਕੋਲੇ, ਮਹਾਂਪੁਰਸ਼ਾਂ ਕੋਲੇ ਹੁੰਦੀ ਆ। ਗੁਰਸਿੱਖਾਂ ਕੋਲੇ ਬਾਣੀ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਚਨ ਕਰਦੇ ਨੇ। ਫਿਰ ਆਓ ਸਮਾਂ ਵੀ ਨੇੜੇ ਹੋ ਗਿਆ। ਅਸਲੀ ਉਹ ਪਾਤਸ਼ਾਹ ਨਾਮ ਵਿੱਚ ਰਤੇ, ਅਸਲੀ ਉਹ ਪਾਤਸ਼ਾਹ ਨਾਮ ਵਿੱਚ ਰਤੇ। ਹੋਰ ਪਾਤਸ਼ਾਹੀਆਂ ਕੋੜੀਆਂ ਨਾਮ ਰਤੇ ਪਾਤਸ਼ਾਹ, ਛਤਰਧਾਰ ਬਾਦਸ਼ਾਹੀਆਂ ਦੁਨਿਆਵੀ ਵਿੱਚ ਸਹਿਜ ਸੇ ਭਰੀਆਂ, ਡਰ ਹੀ ਰਹਿਣਾ। ਤਾਂ ਫਿਰ ਉੱਥੇ ਜਦੋਂ ਦੇਖਿਆ ਨਾ ਬਰਾਤ, ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ, ਆਪਸ ਵਿੱਚ ਬਣਦੀ ਨਹੀਂ। ਭਗਤਾਂ ਤੈ ਸੰਸਾਰੀਆਂ ਸੀ ਚਤਰਾਈ, ਇੱਥੇ ਤਾਂ ਆਪਾਂ ਵੀ ਗਵਾਉਣਾ ਪੈਂਦਾ ਫੇਰ ਜਾ ਕੇ।
ਸੰਸਾਰ ਬਣਾਉਂਦਾ ਭਗਤ ਗਵਾਉਂਦਾ, ਇਸ ਕਰਕੇ ਉਹਨਾਂ ਦੀ ਆਪਸ ਵਿੱਚ ਹੀ ਤਾਲਮੇਲ ਬਣਦੇ ਨੇ। ਹੁਣ ਇੱਕ ਬਣਾਉਣਾ ਚਾਹੁੰਦਾ, ਇੱਕ ਗਵਾਉਣਾ ਚਾਹੁੰਦਾ, ਬਣ ਜੂ ਨਹੀਂ। ਤਾਂ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ। ਇੱਕ ਕੱਚੀ ਕੰਧ ਸੀ ਬਟਾਲੇ ਵਿੱਚ, ਸਲਾਹ ਕੀਤੀ, ਕਹਿੰਦੇ ਨਾਨਕ ਨੂੰ ਇੱਥੇ ਬਿਠਾ ਦਿਓ, ਮੰਜਾ ਢਾ ਦਿਓ, ਕੰਧ ਨੂੰ ਧੱਕਾ ਦੇ ਦਿਆਂਗੇ, ਸਾਰਾ ਹੀ ਕੰਮ ਮੁੱਕ ਜੂ। ਕੰਧ ਕੋਲੇ ਮੰਜਾ ਢਾਤਾ, ਪਿੱਛੇ ਖੜ੍ਹੀਆਂ ਮਾਈਆਂ ਬੀਬੀਆਂ ਵੀ ਧੱਕਾ ਦੇ ਦਿਆਂਗੇ। ਇੱਕ ਮਾਈ ਬਜ਼ੁਰਗ, ਉਹਨੇ ਦੱਸਿਆ, ਪੁੱਤਰ ਇੱਥੋਂ ਉੱਠ ਖੜ, ਇਹ ਕੱਚੀ ਕੰਧ ਆ, ਧੱਕਾ ਦੇ ਦੇਣਾ ਇਹਨਾਂ ਨੇ, ਸਾਰਾ ਬਣਾਇਆ ਹੋਇਆ ਪ੍ਰੋਗਰਾਮ ਤੇਰੇ ਉੱਪਰ ਡਿੱਗ ਪਈ, ਨੁਕਸਾਨ ਹੋਵੇਗਾ, ਕੁਝ ਵੀ ਹੋ ਸਕਦਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਮਾਈ ਤੂੰ ਕਹਿੰਦੀ ਆ ਕੱਚੀ ਕੰਧ ਡਿੱਗ ਪਵੇਗੀ, ਸਿੱਟਣ ਨੂੰ ਫਿਰਦੇ ਨੇ, ਇਹ ਕੰਧ 4 ਯੁੱਗ ਨਹੀਂ ਡਿੱਗੇਗੀ। ਤੇ ਅੱਜ ਦੇਖ ਲੋ ਜਾ ਕੇ, ਚੱਲ ਬਟਾਲੇ, ਉਹ ਕੱਚੀ ਕੰਧ ਉਵੇਂ ਹੀ ਖੜੀ ਆ, ਡਿੱਗੀ ਨਹੀਂ। ਇੱਥੇ ਬਹੁਤ ਭੁਚਾਲ ਆਏ, ਬਹੁਤ ਤੂਫਾਨ ਆਏ, ਜਿਹੜੀਆਂ ਚੂਨੇ ਵਿੱਚ ਲੱਗੀਆਂ ਸੀ ਨਾ ਇੱਟਾਂ, ਸੀਮੈਂਟ ਵਿੱਚ ਢਹਿ ਢੇਰੀ ਹੋ ਗਏ, ਵੱਡੇ ਵੱਡੇ ਮਹਿਲ, ਪਰ ਉਹ ਉਵੇਂ ਖੜੀ ਹੈ। ਫਿਰ ਸੰਗਤਾਂ ਉਸ ਕੰਧ ਦੀਆਂ ਮਿੱਟੀ ਲਿਆਉਣ ਲੱਗ ਗਈਆਂ, ਪੁੱਠੀਆਂ ਭਰ ਭਰ ਕੇ। ਫਿਰ ਉਹਦੇ ਆਲੇ ਦੁਆਲੇ ਸ਼ੀਸ਼ਾ ਲਾਤਾ, ਜਿੱਥੇ ਗੁਰਦੁਆਰਾ ਕੰਧ ਸਾਹਿਬ ਅੱਜ ਵੀ ਸੁਸ਼ੋਭਿਤ ਹੈ। 550 ਸਾਲ ਦੇਖ ਲਓ, 550 ਸਾਲਾਂ ਮਨਾਇਆ ਨਾ ਗੁਰੂ ਨਾਨਕ ਪਾਤਸ਼ਾਹ ਦਾ, 550 ਸਾਲ ਹੋ ਗਿਆ, ਉਹ ਕੰਧ ਉਸੇ ਤਰ੍ਹਾਂ ਸਲਾਮਤ ਹੈ, ਜਿਹੜੀ ਕਹਿੰਦੇ ਸੀ ਕੱਚੀ ਡਿੱਗ ਪਵੇਗੀ। ਫਿਰ ਸਾਰੀ ਤਿਆਰੀ ਕਰ ਲਈ, ਉਹ ਹਵਨ ਕੁੰਡ ਜਿਹਾ ਪੰਡਤ ਬਣਾਉਣ ਲੱਗ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਪੰਡਤ ਜੀ ਕੀ ਕਰਦੇ ਹੋ? ਹਵਨ ਬਣਾ ਰਹੇ ਹਾਂ ਜੀ, ਇਹਦੇ ਵਿੱਚ ਅੱਗ ਜਾਣਾਂਗੇ, ਫਿਰ ਤੁਹਾਡੇ ਫੇਰੇ ਹੋਣਗੇ ਆਲੇ ਦੁਆਲੇ। ਆ ਸਾਡੀਆਂ ਮਾਈਆਂ ਬੀਬੀਆਂ ਹੁਣ ਵੀ ਫੇਰੇ ਕਹੀ ਜਾਂਦੀਆਂ ਨੇ। ਜਿਹੜੇ ਫੇਰੇ ਨੇ ਇਹ ਹਿੰਦੂ ਮਤ ਵਿੱਚ ਨੇ, ਉਹਨਾਂ ਦੇ ਫੇਰੇ ਹੁੰਦੇ ਨੇ। ਇਸਲਾਮ ਮਤ ਵਿੱਚ ਨਿਕਾਹ ਹੁੰਦਾ, ਔਰ ਗੁਰਮਤ ਵਿੱਚ ਗੁਰਸਿੱਖਾਂ ਦੇ ਆਨੰਦ ਕਾਰਜ ਹੁੰਦੇ ਨੇ। ਆਨੰਦ ਮਤਲਬ ਖੁਸ਼ੀ, ਕਾਰਜ ਖੁਸ਼ੀ ਦਾ ਕਾਰਨ। ਫੇਰੇ ਨਾ ਕਿਆ ਕਰੋ, ਉਹ ਕਹਿੰਦੇ ਵੀ ਇੱਥੇ ਆਲੇ ਦੁਆਲੇ ਤੁਹਾਡੇ ਫੇਰੇ ਹੋਣਗੇ। ਮਹਾਰਾਜ ਕਹਿੰਦੇ, ਪੰਡਤ ਜੀ ਰਹਿਣ ਦਿਓ, ਅਸੀਂ ਨਹੀਂ ਅੱਗ ਦੁਆਲੇ ਫੇਰੇ ਲੈਣੇ। ਫਿਰ ਮਹਾਰਾਜ ਜੀ ਨੇ ਇੱਕ ਕਾਗਜ਼ ਲੈ ਕੇ ਮੂਲ ਮੰਤਰ ਲਿਖਿਆ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜਿਹੜਾ ਗੁਰਪ੍ਰਸਾਦ ਤੱਕ ਹੈ, ਇਹ ਤਾਂ ਗੁਰੂ ਨਾਨਕ ਨੂੰ ਮਿਲਿਆ ਸੀ ਪਰਮੇਸ਼ਰ ਵੱਲੋਂ। ਪਰਮੇਸ਼ਰ ਨੇ ਉਪਦੇਸ਼ ਦਿੱਤਾ ਸਤਿਗੁਰੂ ਨਾਨਕ ਦੇ ਮਹਾਰਾਜਿਆਂ ਨੂੰ, ਅੱਗੇ ਗੁਰੂ ਮਹਾਰਾਜ ਨੇ ਆਪਣੀ ਮੋਹਰ ਲਾ ਕੇ ਸਾਨੂੰ ਦਿੱਤਾ ਵੀ ਹੁਣ ਤੁਸੀਂ ਆਹ ਜਪੋ, ਨਾਨਕ ਹੋਸੀ ਭੀ ਸੱਚ ਤੱਕ, ਇੱਥੇ ਤੱਕ ਜਪਣਾ। ਕਿਉਂਕਿ ਆਪਾਂ ਰੀਸ ਨਹੀਂ ਨਾ ਕਰਨੀ ਗੁਰੂਆਂ ਦੀ, ਸੇਵਕ ਹੀ ਬਣਨਾ। ਸੇਵਕ ਬਣਿਆ ਰਹੇ ਤਾਂ ਸੁਖ ਹੈ। ਫਿਰ ਮਹਾਰਾਜ ਜੀ ਨੂੰ ਲਿਖ ਕੇ ਫਿਰ ਉਹਦੀਆਂ 4 ਪ੍ਰਕਰਮਾਂ ਕੀਤੀਆਂ। ਫਿਰ ਮਹਾਰਾਜ ਜੀ ਦਾ ਉੱਥੇ ਆਨੰਦ ਕਾਰਜ ਵਿਆਹ ਹੋਇਆ। ਸੋ ਆਓ, ਸਮਾਪਤੀ ਦਾ ਸਮਾਂ ਤਕਰੀਬਨ ਹੋ ਹੀ ਗਿਆ, ਕਿਉਂਕਿ 1 ਵਜੇ ਤੱਕ ਪਰਿਵਾਰ ਦਾ ਇਹ ਪ੍ਰੋਗਰਾਮ ਸੀ ਵੀ ਸਾਰੀ ਸਮਾਪਤੀ ਹੋ ਜਾਵੇ, ਦੇਗ ਵਰਤ ਜਾਵੇ। ਤਕਰੀਬਨ 18 ਮਿੰਟ ਬਾਕੀ ਰਹਿ ਗਏ 1 ਵਜਣ 'ਚ। ਸੋ ਗੁਰੂ ਮਹਾਰਾਜ ਜੀ ਕਿਰਪਾ ਕੀਤੀ ਹੈ, ਜੋ 3 ਦਿਨ ਸਤਸੰਗ ਦਾ, ਆਪਣੇ ਦਰਸ਼ਨਾਂ ਦਾ, ਸੇਵਾ ਦਾ, ਬਾਣੀ ਸੁਣਨ ਦਾ, ਬਾਣੀ ਪੜ੍ਹਨ ਦਾ ਇਹ ਸੁਭਾਗਾ ਸਮਾਂ ਬਖਸ਼ਿਆ। ਲਾਹਾ ਅਸੀਂ ਕਿੰਨੇ ਲੈ ਰਹੇ ਹਾਂ?
उद्यम एक परिवार का सरदार हरमिंदर सिंह जी इन्होंने उद्यम किया ते सारे परिवार ने रल मिल के उन्होंने घरों बीबी जसविंदर कौर तिन्ने दिन बच्चियां ने बच्चियां ने और उन्होंने भराता जी मिंटू मास्टर कहने जिन्हों वो भी आए हुए ने परिवार समेत उन्होंने माता जी भी उन्होंने भी बड़ी सेवा की दिन रात एक करके प्यार है ना भरावां दा बहुत संगतां ने लाहा लिया। सरदार सुखवीर सिंह जी जिहड़े पुलिस की सेवा निभा रहे हैं वो भी बड़े प्रेम वाले ने वो रात भी उन्होंने हाज़री लवाई दीवान जज भी होर भी बेअंत संगतां ने महाराज जी कृपा करन सारियां दी हाज़री अपने दर ते प्रवान करन। ये सारा परिवार गुरसिख है गुरु दे नाल जुड़िया होया बाणी पढ़न वाला है। कई सहज पाठ करते इन्होंने आरंभ करके भोग फिर अगला आरंभ कर लेंदे ने। देखो जी ये कर सकते हैं नाले 2 भी नौकरी करते हैं हरमिंदर सिंह जी भी और बीबी जसविंदर कौर भी फिर भी बाणी नाल जुड़े हुए ने गुरु घर नाल जुड़े हुए ने। जे जुड़ सकते हैं तो जोड़े होर नहीं जुड़े वो क्यों नहीं जुड़ सकते पर उद्यम करना पैना मन में प्यार लिया पैना गुरु दे लई मन में श्रद्धा विश्वास लिया पैना फिर जुड़िया जाएगा। सो आओ इन्हों के प्रेम का सदका जिथे असीं 3 दिन तो हाज़री भरी है उत्थे गुरु घरों गुरुद्वारा बाबा निर्गुण दास जी महापुरुषों का स्थान है उतों हैड ग्रंथी सत्कारयोग बाबा भुपिंदर सिंह जी और उन्होंने नाल मीत ग्रंथी भाई हरमिंदर सिंह जी उन्होंने मैनू नाम डिप्टी कहते हैं सुमिंदर सिंह जी वो भी पहुंचे ने गुरु महाराज दरबार में रात भी हाज़री लवा के गए सी। सो सारियां दा बहुत बहुत धन्यवाद है परिवार वालों सारी संगत का धन्यवाद है। सब तो वध धन गुरु महाराजियां दा कोटा शुकराना जिन्होंने सानू ये सत्संग दीयां घड़ियां बख्शियां अपने चरणों के विच बैठण का समा दिता भावें मौसम बदल गया रब दे रंग ने। जी परसों रात जदों असीं आए ना उपर इन्नी गर्मी और पिछे बैठा चिमटे वाला संग उपर पखा ला के पिया कहता जी पखा लाओ इन्नी गर्मी सी ते हुण देख लो अजे थोड़े घंटे गुजरे ने ना हुण आपां इत्थे बैठे ठंड महसूस करते हाथ भी सुन होंदे ने जे पैर नंगे ने बाहरले पैर भी सुन होंदे ने। ये रब दे रंग होंदे ने कदे किवें सानू ओहदी रज़ा विच रहना चाहिए। आओ आनंद साहब जी का कीर्तन गुरु स्तोत्र उस तो बाद फिर अरदास हुक्मनामा साहब कड़ा प्रसादी दे वरताई जाएगी फिर अगला प्रोग्राम सरवण करके सारे गुरु गुरु करते हैं जितों जितों तुसीं आए बड़े प्यार के नाल आपो अपने टिकाणियां नूं चाले पाउण दी खेचल करनी। राम करी महला तीजा आनंद एक ओंकार सतगुर प्रसाद आनंद पाया मेरी सतगुरु मैं पाया राग रतन परवार करिया साधक रावणिया Thank you.
ਗੁਰੂ ਨਾਨਕ ਦੇਵ ਸਾਹਿਬ ਧੰਨ।
ਸਾਰੀ ਸਾਧ ਸੰਗਤ ਦੀ ਭਾਵਨਾ